तानाशाही नहीं चलेगी, नहीं चलेगी, नहीं चलेगी। चंडीगढ़ प्रशासन मुर्दाबाद, 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 चंडीगढ़ प्रशासन मुर्दाबाद, मुर्दाबाद, मुर्दाबाद। एजुकेशन डिपार्टमेंट हाय 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 राज्य के बिट्टो हाय 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 करो से अपा हाय 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 हाय। साडे हक ऐसे हक, साडे हक ऐसे हक, NPCL बहाल करो, बहाल करो, बहाल करो। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਸਕੂਲਾਂ ਵਿੱਚ ਸੈਂਕੜੇ ਗੈਸਟ ਕੰਟਰੈਕਟ ਅਤੇ ਸਰਵ ਸਿੱਖਿਆ ਅਭਿਆਨ STT CRC ਅਤੇ UNRC ਦੇ ਅਧਿਆਪਕ ਜਿਨ੍ਹਾਂ ਨੂੰ ਮਨਜ਼ੂਰਸ਼ੁਦਾ ਜਾਂ ਰੱਦ ਕੀਤੀਆਂ ਅਸਾਮੀਆਂ ਤੇ ਰੈਗੂਲਰ ਅਧਿਆਪਕਾਂ ਵਾਂਗ ਸਾਰੇ ਨਿਯਮਾਂ ਦੀ ਪਾਲਣਾ ਕਰਕੇ ਭਰਤੀ ਕੀਤਾ ਗਿਆ ਹੈ ਵੱਲੋਂ ਅੱਜ ਮੰਗਾਂ ਪੂਰੀਆਂ ਨਾ ਹੋਣ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਅਧਿਆਪਕਾਂ ਦਾ ਦੋਸ਼ ਹੈ ਕਿ ਪਿਛਲੇ 12 ਤੋਂ 22 ਸਾਲਾਂ ਤੋਂ ਇਹ ਅਧਿਆਪਕ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਸਰਕਾਰ ਇਹਨਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਕਰ ਰਹੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਅੱਜ ਅਸੀਂ ਜੁਆਇੰਟ ਐਕਸ਼ਨ ਕਮੇਟੀ ਆਫ UT ਟੀਚਰਸ ਵੱਲੋਂ ਇੱਥੇ ਇੱਕ ਰੈਲੀ ਰੱਖੀ ਹੈ। ਇਹ ਰੈਲੀ ਸਿਰਫ ਇੱਕ ਸ਼ੁਰੂਆਤ ਹੈ ਕਿਉਂਕਿ 2 ਸਾਲ ਤੱਕ ਕਰੋਨਾ ਨੇ ਸਾਡੇ ਖਾ ਲਏ ਔਰ ਐਡਮਿਨਿਸਟ੍ਰੇਸ਼ਨ ਸਾਡੀ ਡਿਮਾਂਡਾਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਅਸੀਂ ਕਈ ਵਾਰ ਇਹਨਾਂ ਨੂੰ ਮੇਲ ਵੀ ਭੇਜ ਲੀਆਂ, ਕਈ ਰਿਕੁਐਸਟ ਕਰ ਲੀਆਂ, ਲੇਕਿਨ ਇਹਨਾਂ ਦੇ ਕੰਨ ਤੇ ਜੂ ਨਹੀਂ ਰਹਿੰਦੀ ਤੇ ਅੱਜ ਮਜਬੂਰਨ ਸਾਨੂੰ ਇੱਥੇ ਇਕੱਠੇ ਹੋ ਕੇ ਆਪਣੀ ਡਿਮਾਂਡਾਂ ਦੇ ਉੱਤੇ, ਲੇਕਿਨ ਜਿਹੜੀਆਂ ਮੇਨ ਡਿਮਾਂਡਾਂ ਮੈਂ ਉਸੇ ਤੇ ਡਿਸਕਸ ਕਰਨਾ ਚਾਹੂੰਗਾ ਕਿਉਂਕਿ ਸਭ ਤੋਂ ਵੱਡੀ ਗੱਲ, ਸਭ ਤੋਂ ਪਹਿਲਾ ਮੁੱਦਾ ਸਾਡਾ ਡੈਪੂਟੇਸ਼ਨ ਦਾ। ਡੈਪੂਟੇਸ਼ਨ ਦੇ ਉੱਤੇ ਅਸੀਂ ਮੰਗ ਕਰਦੇ ਹਾਂ ਕਿ ਇਹਦੇ ਉੱਤੇ ਜਾਂ ਤਾਂ ਵਿਜੀਲੈਂਸ ਇਨਕੁਆਇਰੀ ਕਰਾਓ ਜਾਂ ਫਿਰ CBI ਇਨਕੁਆਇਰੀ ਇਹਦੀ ਹੋਣੀ ਬਣਦੀ ਹੈ ਕਿਉਂਕਿ ਸਾਡੇ ਵੱਲੋਂ ਸਾਡੀ ਸੋਚ ਇਹ ਹੈ ਕਿ ਇੱਕ ਬਹੁਤ ਵੱਡਾ ਸਕੈਮ ਚੱਲ ਰਿਹਾ ਹੈ। 26 ਸਾਲ ਤੋਂ ਸਾਨੂੰ ਦੱਸਣ ਐਡਮਿਨਿਸਟ੍ਰੇਸ਼ਨ ਦੱਸੇ ਕਿ 26 ਸਾਲ ਦਾ ਕਿਹੜਾ ਡੈਪੂਟੇਸ਼ਨ ਪੀਰੀਅਡ ਹੁੰਦਾ ਜੀ। ਜੇ ਤੁਸੀਂ ਕਿਸੇ ਹੋਰ ਸਟੇਟ ਤੋਂ ਆਏ ਹੋ, ਡੈਪੂਟੇਸ਼ਨ ਦਾ ਪੀਰੀਅਡ ਅਗਰ ਚਿੱਠੀ ਵੀ ਦੇਖੀਏ ਤਾਂ 3 ਸਾਲ ਮੈਕਸਿਮਮ 5 ਸਾਲ ਦਾ ਹੈ ਤੇ ਜੇ 20 25 26 ਸਾਲ ਤੋਂ ਟੀਚਰ ਜਾਂ ਪ੍ਰਿੰਸੀਪਲ ਇੱਥੇ ਬੈਠੇ ਆ ਤੇ ਕੁਝ ਤਾਂ ਦਾਲ ਦੇ ਵਿੱਚ ਕਾਲਾ ਤਾਂ ਹੈ। ਕੋਈ ਨਾ ਕੋਈ ਯਾਰ ਨੀਚੇ ਵਾਲੇ ਬਾਬੂ ਮਿਲੇ ਹੋਏ ਆ ਜਾਂ ਉੱਪਰ ਵਾਲੇ ਮਿਲੇ ਹੋਏ ਆ, ਇਹਦੇ ਵਿੱਚ ਵਿਜੀਲੈਂਸ ਇਨਕੁਆਇਰੀ ਹੋਣੀ ਚਾਹੀਦੀ ਆ। ਅਸੀਂ ਐਡਵਾਈਜ਼ਰ ਸਾਹਿਬ ਨੂੰ ਰਿਕੁਐਸਟ ਕਰਾਂਗੇ ਕਿ ਇਹਦੇ ਉੱਤੇ ਇਮੀਡੀਏਟਲੀ ਮੀਟਿੰਗ ਕਾਲ ਕਰਕੇ, ਇਹ ਬਹੁਤ ਵੱਡਾ ਸਕੈਮ ਹੈ। 650 700 ਦੇ ਕਰੀਬ ਟੀਚਰ ਇੱਥੇ ਡੈਪੂਟੇਸ਼ਨ ਤੇ ਆ, ਉਹਨਾਂ ਨੂੰ ਵਾਪਸ ਭੇਜ ਕੇ ਇਹਨੂੰ ਖਤਮ ਕਰਕੇ ਇਹ ਸਾਨੂੰ ਚਿੱਠੀ ਦਿਖਾ ਦਿੰਦੇ ਆ ਕਿ ਜੀ ਆ ਦੇਖੋ 60-40 ਦੀ ਚਿੱਠੀ ਹੈ। ਉਹ 60-40 ਦੀ ਚਿੱਠੀ ਤਾਂ ਉਦੋਂ ਲਈ ਸੀ ਜਦੋਂ UT ਬਣਿਆ ਸੀ, ਸਾਡੇ ਆਪਣੇ EMPLOYEES ਨਹੀਂ ਸੀਗੇ। ਜੇ 60-40 ਹੈ ਤਾਂ ਸਿਰਫ ਐਜੂਕੇਸ਼ਨ 'ਚ ਹੀ ਕਿਉਂ? CTU ਦੇ ਵਿੱਚ ਕੋਈ 60-40 ਰੇਸ਼ੋ ਨਹੀਂ, ਸਾਡੇ ਆਪਣੇ DPI ਦਫ਼ਤਰ 'ਚ ਕੋਈ ਡੈਪੂਟੇਸ਼ਨ ਤੇ ਨਹੀਂ, ਸਾਡੇ DO ਦਫ਼ਤਰ 'ਚ ਕੋਈ ਡੈਪੂਟੇਸ਼ਨ ਤੇ ਨਹੀਂ, ਸੈਕਟਰੀਏਟ ਵਿੱਚ ਚਲੇ ਜਾਓ ਕੋਈ ਡੈਪੂਟੇਸ਼ਨ ਤੇ ਨਹੀਂ। ਬਈ ਇੱਕ ਡਿਪਾਰਟਮੈਂਟ ਦੇ ਵਿੱਚ 60-40 ਦੀ ਰੇਸ਼ੋ ਇੱਕੋ ਡਿਪਾਰਟਮੈਂਟ 'ਚ ਹੈ ਔਰ ਉਹਦੇ ਵਿੱਚ ਕਲੀਅਰ ਕੱਟ ਲੈਟਰ 'ਚ ਨੀਚੇ ਲਿਖਿਆ ਹੋਇਆ ਹੈ ਕਿ ਜੀ ਅਗਰ ਰਿਕੁਆਇਰਮੈਂਟ ਹੈ ਚੰਡੀਗੜ੍ਹ ਦੇ ਵਿੱਚ ਤਾਂ ਤੁਸੀਂ ਡੈਪੂਟੇਸ਼ਨ ਤੇ ਬੁਲਾਣਾ ਹੈ, ਅਗਰ ਰਿਕੁਆਇਰਮੈਂਟ ਨਹੀਂ ਹੈ ਤਾਂ ਕੋਈ ਡੈਪੂਟੇਸ਼ਨ ਤੇ ਬੁਲਾਉਣ ਦੀ ਲੋੜ ਨਹੀਂ ਹੈ। ਔਰ ਇਹ ਡੈਪੂਟੇਸ਼ਨ ਨੂੰ ਖਤਮ ਕਰਕੇ ਸਾਡੇ ਚੰਡੀਗੜ੍ਹ ਦੇ ਪੜ੍ਹੇ ਲਿਖੇ ਹੋਏ ਬੱਚਿਆਂ ਨੂੰ ਇਹ ਨੌਕਰੀ ਮਿਲਣੀ ਚਾਹੀਦੀ ਹੈ ਕਿਉਂਕਿ 650 700 ਪੋਸਟ ਛੋਟੇ ਜਿਹੇ ਚੰਡੀਗੜ੍ਹ ਲਈ ਘੱਟ ਨਹੀਂ ਹੁੰਦੀ। ਸਾਡੇ ਜਿਹੜੇ ਪੜ੍ਹੇ ਲਿਖੇ BEd ਦੇ ਕਰ ਰਹੇ ਆ ਬੱਚੇ, JBT ਕਰ ਰਹੇ ਆ, ਉਹ ਵਿਚਾਰੇ ਬਾਹਰ ਧੱਕੇ ਖਾਂਦੇ ਆ, ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਉਹਨਾਂ ਨੂੰ ਨੌਕਰੀ ਦਿਓ। ਸਾਡੇ ਆਪਣੇ ਟੀਚਰ 20 ਸਾਲ ਤੋਂ ਕੰਟਰੈਕਟ ਤੇ ਲੱਗੇ ਹੋਏ ਆ, ਉਹਨਾਂ ਨੂੰ ਰੈਗੂਲਰ ਕਰੋ ਇਹ ਪੋਸਟਾਂ ਦੇ ਅਗੇਂਸਟ। ਔਰ ਬਦਕਿਸਮਤੀ ਦੇਖੋ ਸਰ ਕਿ ਜਿਹੜੀਆਂ ਸਾਡੇ 600 700 ਪੋਸਟਾਂ ਤੇ ਲੱਗੇ ਹੋਏ ਆ, ਇਹਨਾਂ ਦੀ ਉਹ ਪੋਸਟਾਂ ਇਹਨਾਂ ਦੀ ਸਰਕਾਰ ਦੇ ਵਿੱਚ, ਇਹਨਾਂ ਦੀ ਸਟੇਟ ਦੇ ਵਿੱਚ ਉਦੋਂ ਤੱਕ ਖਾਲੀ ਰਹਿੰਦੀਆਂ ਜਦੋਂ ਤੱਕ ਇਹ ਉੱਥੇ ਰੀਜੁਆਇਨ ਨਹੀਂ ਕਰਦੇ। ਅਗਰ ਇਹ ਰਿਟਾਇਰਮੈਂਟ ਤੱਕ ਇੱਥੇ ਹੈ ਤਾਂ ਉਦੋਂ ਤੱਕ ਖਾਲੀ ਰਹਿਣਗੀਆਂ ਉੱਥੇ ਪੋਸਟਾਂ। ਤੁਸੀਂ ਦੱਸੋ, ਦੇਸ਼ ਤਾਂ ਇੱਕ ਪੋਸਟ ਲਈ ਤਰਸ ਰਿਹਾ ਔਰ ਇਹ 650 ਪੋਸਟਾਂ ਇਹਨਾਂ ਨੇ ਕਾਟ ਮਾਰੀਆਂ ਹੋਈਆਂ। ਸਾਡੀ ਰਿਕੁਐਸਟ ਹੈ ਕਿ ਇਮੀਡੀਏਟਲੀ ਇਹਨੂੰ ਡੈਪੂਟੇਸ਼ਨ ਨੂੰ ਖਤਮ ਕੀਤਾ ਜਾਏ। ਦੂਜੀ ਰਿਕੁਐਸਟ ਇਹ ਹੈ ਕਿ ਜਿੱਦਾਂ ਸਾਡਾ ਕੰਟਰੈਕਟ ਗੈਸਟ ਫੈਕਲਟੀ ਸਰਵ ਸਿੱਖਿਆ ਅਭਿਆਨ 20-25 ਸਾਲ ਤੋਂ ਲੱਗਿਆ ਹੋਇਆ, ਇਹਨਾਂ ਦੀ ਰੈਗੂਲਰਾਈਜੇਸ਼ਨ ਦੀ ਕੋਈ ਪਾਲਿਸੀ ਬਣਾਈ ਜਾਏ ਔਰ ਜਦੋਂ ਤੱਕ ਰੈਗੂਲਰਾਈਜੇਸ਼ਨ ਕੋਈ ਪਾਲਿਸੀ ਨਹੀਂ ਬਣਦੀ ਇਹਨਾਂ ਦੀ ਜੌਬ ਸਿਕਿਉਰਿਟੀ ਦੀ ਲੈਟਰ ਕੱਢੀ ਜਾਵੇ ਤਾਂ ਕਿ ਇਹਨਾਂ ਦੀ ਘੱਟੋ ਘੱਟ ਜਿਹੜੀ ਤਲਵਾਰ ਲਟਕ ਰਹੀ ਹੈ, ਇਹਨਾਂ ਦੇ ਬੱਚੇ ਹੁਣ 12ਵੀਂ 'ਚ ਇਹਨਾਂ ਦੇ ਬੱਚੇ ਕਈਆਂ ਦੇ ਵਿਆਹ ਲਾਇਕ ਹੋ ਗਏ, ਇਹ ਨੌਕਰੀ ਛੱਡ ਕੇ ਜਾਣਗੇ ਕਿੱਥੇ? ਐਟਲੀਸਟ ਸਰਕਾਰ ਇਹ ਤਾਂ ਕਰ ਸਕਦੀ ਹੈ ਨਾ। ਅਸੀਂ ਬੇਨਤੀ ਕਰਾਂਗੇ ਐਡਵਾਈਜ਼ਰ ਸਾਹਿਬ ਨੂੰ ਕਿ ਇੱਕ ਜੌਬ ਸਿਕਿਉਰਿਟੀ ਦੀ ਪ੍ਰੋਵੀਜ਼ਨ ਜ਼ਰੂਰ ਕੀਤਾ ਜਾਏ
ਕਿਉਂਕਿ ਜਿਹਨੂੰ ਇੱਕ ਵਾਰੀ ਨੌਕਰੀ ਦੇ ਦਿੱਤੀ ਜਾਂਦੀ ਹੈ, ਜਿਹਨੂੰ ਇੱਕ ਵਾਰ ਰੋਟੀ ਦੇਤੀ ਤਾਂ ਘੱਟੋ ਘੱਟ ਉਹਦੀ ਰੋਟੀ ਖੋਈ ਨਾ ਜਾਵੇ। ਦੂਜੀ ਤੀਜੀ ਗੱਲ, ਸਾਡੀ ਮੇਜਰ ਡਿਮਾਂਡ ਹੈ ਕਿ ਸਾਡੇ ਜਿੰਨੇ ਵੀ ਟੀਚਰ ਹੈ ਸਾਰਿਆਂ ਨੂੰ 12 ਮਹੀਨੇ ਦੀ ਤਨਖਾਹ ਦਿੱਤੀ ਜਾਵੇ। ਇਹ ਕਿਸੇ ਨੂੰ 10 ਮਹੀਨੇ ਦੀ ਦਿੰਦੇ ਆ, ਕਿਸੇ ਨੂੰ 11 ਮਹੀਨੇ ਦੀ ਦਿੰਦੇ ਆ। ਕਿਉਂ ਜੀ? ਉਹਨਾਂ ਨੇ 2 ਮਹੀਨੇ ਕਿਆ ਰੋਟੀ ਨਹੀਂ ਖਾਣੀ? ਉਹਨਾਂ ਦੇ ਕਿਆ ਬੱਚੇ ਨਹੀਂ ਹੈ? ਉਹਨਾਂ ਦੇ ਕਿਆ ਖਰਚੇ ਨਹੀਂ ਹੈ? ਤੇ ਅਸੀਂ ਰਿਕੁਐਸਟ ਕਰਾਂਗੇ ਐਡਵਾਈਜ਼ਰ ਸਾਹਿਬ ਨੂੰ ਕਿ ਬਹੁਤ ਜੈਨੂਇਨ ਡਿਮਾਂਡ ਹੈ ਕਿ ਸਾਰੇ ਟੀਚਰ ਜਿੰਨੇ ਵੀ ਸਾਡੇ ਕੈਡਰ ਹੈ ਉਹਨਾਂ ਨੂੰ 12 ਮਹੀਨੇ ਦੀ ਤਨਖਾਹ ਜ਼ਰੂਰ ਮਿਲਣੀ ਚਾਹੀਦੀ ਹੈ। ਔਰ ਚੌਥੀ ਸਾਡੀ ਡਿਮਾਂਡ ਹੈ ਕਿ ਜਿਹੜੇ ਇਹ ਤਨਖਾਹ ਘੱਟ ਕਰ ਰਹੇ ਆ, ਕਈ ਕੈਡਰਾਂ ਦੀ ਤਨਖਾਹ ਇਹਨਾਂ ਨੇ ਘੱਟ ਕਰਤੀ। ਅਰੇ ਇਹ ਵੀ ਹੁੰਦਾ, ਕਦੇ ਮਹਿੰਗਾਈ ਤਾਂ ਵੱਧ ਰਹੀ ਹੈ, ਤਨਖਾਹ ਵਧਣੀ ਚਾਹੀਦੀ ਹੈ, ਚਾਹੇ ਤੁਸੀਂ ਥੋੜੀ ਵਧਾਓ। ਇਹਨਾਂ ਦਾ ਤਨਖਾਹ ਘੱਟ ਕਰਨੀ ਸ਼ੁਰੂ ਕਰਤੀ। ਕਦੇ ਵੀ ਤਨਖਾਹ ਘੱਟ ਨਹੀਂ ਹੋਣੀ ਚਾਹੀਦੀ, ਕਿਸੇ ਦੀ ਵੀ ਤਨਖਾਹ ਘੱਟ ਨਹੀਂ ਹੋਣੀ ਚਾਹੀਦੀ। ਅਸੀਂ ਐਡਵਾਈਜ਼ਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਆਪ ਇਹਦੇ ਉੱਤੇ ਪਰਸਨਲ ਇੰਟਰਫੀਰੈਂਸ ਕਰਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਅਫਸਰ ਤਾਂ ਕੁਝ ਵੀ ਸੁਣਨ ਨੂੰ ਤਿਆਰ ਨਹੀਂ। ਇਹ ਤਾਂ ਸਿਰਫ ਆਪਣੀਆਂ ਰੋਟੀਆਂ ਸੇਕ ਰਹੇ ਆ। ਇਹਨਾਂ ਨੂੰ ਨਾ ਬੱਚਿਆਂ ਦਾ ਫਿਕਰ ਹੈ, ਨਾ ਸਕੂਲਾਂ ਦਾ ਫਿਕਰ ਹੈ, ਨਾ ਇਹਨਾਂ ਨੂੰ ਟੀਚਰਾਂ ਦਾ ਫਿਕਰ ਹੈ। ਇਹਨਾਂ ਨੂੰ ਸਿਰਫ ਆਪਣੀ ਗੱਡੀਆਂ ਦਾ ਫਿਕਰ ਹੈ ਕਿ ਮੇਰੇ ਕੋਲ ਗੱਡੀ ਨਹੀਂ, ਮੈਨੂੰ ਗੱਡੀ ਮਿਲ ਜੇ, ਮੇਰੇ ਘਰ 'ਚ ਇੱਕ ਗੱਡੀ ਹੋਰ ਲਵਾ ਦਿਓ। ਮੈਂ 2-2 ਗੱਡੀਆਂ ਚਲਾਈ ਫਿਰਦੇ ਆ, ਠੀਕ ਹੈ। ਇਹਨਾਂ ਨੂੰ ਸਿਰਫ ਆਪਣੀ ਫੈਸਿਲਿਟੀਜ਼ ਤੱਕ ਮਤਲਬ ਹੈ। ਤੁਸੀਂ ਦੱਸੋ, ਡਿਪਟੀ ਡੀਓ 3, ਡਿਪਟੀ ਡੀਓ 1, ਡਿਪਟੀ ਡੀਓ 2, ਡਿਪਟੀ ਡੀਓ 3, ਉੱਪਰ ਡਿਪਟੀ ਡਾਇਰੈਕਟਰ 4, ਡਿਪਟੀ ਡਾਇਰੈਕਟਰ 1, 2, 3। ਅਰੇ ਫਿਰ ਕੰਮ ਕੀ ਕਰਦੇ ਹੋ? ਜਦੋਂ ਟੀਚਰਾਂ ਦੇ ਕੰਮ ਹੀ ਨਹੀਂ ਹੋਣੇ, ਫਿਰ ਇੰਨੀਆਂ ਪੋਸਟਾਂ ਉੱਥੇ। ਤੁਸੀਂ ਯਕੀਨ ਕਰੋ 26 ਅਫਸਰ ਡੀਓ ਔਰ ਡੀਪੀਆਈ ਦਫ਼ਤਰ ਦੇ ਵਿੱਚ ਬੈਠੇ ਆ, ਲੇਕਿਨ ਫਿਰ ਵੀ 2 ਮਹੀਨੇ ਦੀ ਅਗਰ ਛੁੱਟੀ ਲੈਣੀ ਹੈ ਕਿਸੇ ਨੇ, ਉਹ 6 ਮਹੀਨੇ ਉਹਦੀ ਫਾਈਲ ਨਹੀਂ ਮੁੜਦੀ। ਉੱਥੇ ਬਾਊਆਂ ਕੋਲ ਜਾਓ, ਬਾਊ ਕੋਈ ਧਿਆਨ ਦੇਣ ਨੂੰ ਤਿਆਰ ਨਹੀਂ। ਬਾਊ ਟੀਚਰ ਨੂੰ ਐ ਸਮਝਦਾ ਜਿਵੇਂ ਉਹਦੇ ਘਰ ਦਾ ਨੌਕਰ ਹੋਏ। ਅਰੇ ਟੀਚਰ ਦੀ ਤਾਂ ਇੱਕ ਦੇਖੋ ਸੈਲਫ ਰਿਸਪੈਕਟ ਹੁੰਦੀ ਹੈ। ਅਸੀਂ 2.5 ਲੱਖ ਤੋਂ ਉੱਤੇ 2,60,000 ਬੱਚਾ ਪੜ੍ਹਾਉਂਦੇ ਆ ਚੰਡੀਗੜ੍ਹ ਦੇ ਵਿੱਚ। ਅਸੀਂ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਮੁਰਿੰਡਾ, ਰਾਜਪੁਰੇ ਤੱਕ ਅਸੀਂ ਬੱਚੇ ਸੰਭਾਲ ਕੇ ਬੈਠੇ ਆ। ਅਸੀਂ ਕਦੇ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸਕੂਲ ਦੇ ਗੇਟ ਦੇ ਅੰਦਰ ਆਉਣ ਵਾਲਾ ਹਰ ਇੱਕ ਬੱਚਾ ਸਾਡਾ ਆਪਣਾ ਬੱਚਾ ਹੈ। ਅਸੀਂ ਆਪਣੇ ਬੱਚੇ ਸਮਝ ਕੇ ਉਹਨਾਂ ਨੂੰ ਪੜ੍ਹਾਉਂਦੇ ਆ। ਪਰ ਸਾਡੇ ਨਾਲ ਜਦੋਂ ਇਹ ਵਿਤਕਰੇ ਹੁੰਦੇ ਆ ਫਿਰ ਸਾਨੂੰ ਰੋਣਾ ਆਉਂਦਾ ਹੈ। ਸਾਡੇ ਟੀਚਰਾਂ ਨਾਲ ਇਹ ਜਿਹਾ ਅੱਗੋਂ ਦੀ ਵਿਤਕਰਾ ਇਹ ਬੰਦ ਕਰੇ ਸਰਕਾਰ, ਨਹੀਂ ਤਾਂ ਆਉਣ ਵਾਲੇ 5 ਸਤੰਬਰ ਨੂੰ ਅਸੀਂ ਟੀਚਰ ਡੇ ਵਾਲੇ ਦਿਨ ਚੰਡੀਗੜ੍ਹ ਦੇ ਸਾਰੇ ਸਕੂਲਾਂ ਦੇ ਵਿੱਚ ਬਲੈਕ ਡੇ ਮਨਾਵਾਂਗੇ और चंडीगढ़ के सारे स्कूलों को ताले लावांगे। सर मेरा नाम मेधावी है, मैं सेक्टर 18 गर्ल्स स्कूल में टीजीटी फाइन आर्ट टीचर हूँ। और जैसा आप सबको और पूरे चंडीगढ़ को पता है कि मेरी जो राजबाला प्रिंसिपल मैम है, उन्होंने मेरे को जाति सूचक शब्दों से परेशान किया है, मेंटली टॉर्चर किया है। 6-6.5 साल तक मुझे हरास करती रही है। तो जिसकी कंप्लेन मैंने डिपार्टमेंट में SC कमीशन हर जगह दी है, तो उस पर सिर्फ बहुत प्रोटेस्ट और यूनियंस के सपोर्ट के बाद FIR अभी तक हुई है। उसके आगे ना डिपार्टमेंट ने कोई एक्शन लिया है, ना पुलिस का अभी तक कोई आगे एक्शन आ रहा है। और मैं 2015 की ज्वाइनिंग में आई थी स्कूल में, इस जॉब में। तो जिसका हमारा केस जो है कोर्ट में चल रहा है, उसका भी मुद्दा JC उठा रही है कि जो हमें आज तक 7 साल से ज्यादा हो गए पर हमें कोई इंक्रीमेंट नहीं मिला है। तो इंक्रीमेंट्स का एक मुद्दा है। प्रोबेशन हमारा क्लियर नहीं हुआ, जिसका फायदा प्रिंसिपल मैडम ने उठा के मुझे डराया कि तेरा प्रोबेशन क्लियर नहीं है तो मुझे ब्लैकमेल कर करके कि तेरे को नौकरी से निकाल दूंगी। उसके बिहाफ पे भी मैम मेरे को डरा के अपने घर के पर्सनल काम या गाली गलोच या स्कूल में झाड़ू लगवाना हर तरह से तंग किया। तो वो मुद्दा भी JC उठा रही है कि हमारा प्रोबेशन क्लियर होए, हमें इंक्रीमेंट्स मिले। और जैसे कि मैडम डेपुटेशन पे यहाँ पे हरियाणा से 21 या 19 साल से, और ऐसे बहुत सारे टीचर और डेपुटेशन का मुद्दा JC उठा रही है। तो बस मेरे को यही उम्मीद है कि JC आप लोगों के सबके सपोर्ट से मेरे को इंसाफ मिले। 2015 के जो टीचर्स हैं हमको हमारे इंक्रीमेंट्स मिले। और जो राजबाला मैम जैसे लोग हैं जो ऐसे न्यू एम्प्लॉयज को डरा के इतने साल टॉर्चर करते हैं, उनके खिलाफ जो भी इलीगल कार्रवाई बनती है वो होनी चाहिए। जी सर, हमारा एक्चुअली 15 में जब हमने ज्वाइनिंग की थी तो हमारा प्रोबेशन उसके बाद 2 साल बाद क्लियर हो जाना चाहिए था। पर क्योंकि डिपार्टमेंट ने हमारे अगेंस्ट केस करा था रिक्रूटमेंट के अगेंस्ट, जो हम कैट में जीत चुके हैं, हाई कोर्ट में भी जीत चुके हैं। अब डिपार्टमेंट हमारे अगेंस्ट सुप्रीम कोर्ट गया है, जहाँ पे अभी तक इसका कोई डेट लगी नहीं है शायद, और अभी तक वो पेंडिंग है। तो उसकी वजह से हमारा ना प्रोबेशन क्लियर है,
ना ही हमें कोई इंक्रीमेंट्स मिल रहे हैं, कोई ऐसे हमें 6th पे कमीशन 7th पे कमीशन वगैरह कुछ नहीं मिल रहा, जिसका फायदा भी शायद प्रिंसिपल और दूसरे लोग भी उठा रहे हैं हमें डराने के लिए। तो मुझे लगता है वो हमारा राइट है, हमारा प्रोबेशन क्लियर होना चाहिए, इंक्रीमेंट्स मिलने चाहिए, तो जो भी बनता है राइट हमें वो डिपार्टमेंट को देना चाहिए।